ਨਵਾਂਸ਼ਹਿਰ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸੰਬੰਧਿਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਮਾਨਯੋਗ ਡਾਕਟਰ ਸ਼ੇਨਾ ਅਗਰਵਾਲ ਹੋਰਾਂ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਕੋਵਿਡ ਦੀ ਬਿਮਾਰੀ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਯਤਨ ਕੀਤੇ ਗਏ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਲੱਗਦਾ ਹੈ ਕਿ ਬਿਮਾਰੀ ਖਤਮ ਹੋ ਗਈ ਹੈ, ਪਰ ਇਹੋ ਜਿਹਾ ਕੁਝ ਵੀ ਨਹੀਂ ਹੈ। ਅੱਜ ਜ਼ਿਲ੍ਹੇ ਵਿੱਚ 19 ਕੇਸ ਸਾਹਮਣੇ ਆਏ ਹਨ। ਇਸ ਬਿਮਾਰੀ ਤੋਂ ਬਚਣ ਲਈ ਸੁਚੇਤ ਹੋਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਇਸ ਦੇ ਲਈ ਪੂਰੇ ਜ਼ਿਲ੍ਹਾ ਵਾਸੀਆਂ ਦੇ ਸਹਿਯੋਗ ਦੀ ਜ਼ਰੂਰਤ ਹੈ। ਬਿਮਾਰੀ ਤੋਂ ਬਚਣ ਲਈ ਮਾਸਕ ਪਾ ਕੇ ਰੱਖੋ, ਸਮਾਜਿਕ ਦੂਰੀ ਜ਼ਰੂਰ ਬਣਾ ਕੇ ਰੱਖੋ। ਪੱਤਰਕਾਰ ਪਰਦੇਸੀ ਦੀ ਰਿਪੋर्ट ਨਵਾਂ ਸ਼ਹਿਰ। मेरा बहुत ही प्यार भरा सत श्री अकाल। ਅੱਜ ਮੈਂ ਤੁਹਾਡੇ ਸਾਹਮਣੇ ਦੁਬਾਰਾ ਕੋਵਿਡ ਦੀ ਸਿਚੁਏਸ਼ਨ ਨੂੰ ਲੈ ਕੇ ਤੁਹਾਡੇ ਨਾਲ ਗੱਲਾਂ ਕਰਨ ਲਈ ਆਈ ਹਾਂ ਕਿ ਕਿਸ ਤਰ੍ਹਾਂ ਅਸੀਂ ਜ਼ਿਲ੍ਹੇ ਦੇ ਵਿੱਚ ਕੋਵਿਡ ਨੂੰ ਰੋਕ ਰਹੇ ਹਾਂ, ਕੀ ਕੋਸ਼ਿਸ਼ਾਂ ਜਾਰੀਆਂ ਹਨ ਅਤੇ ਅੱਗੇ ਸਾਨੂੰ ਕੀ ਕਰਨ ਦੀ ਲੋੜ ਹੈ। ਤਾਂ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਪਿਛਲੇ ਕੁਝ ਸਮੇਂ ਤੋਂ ਕਰੀਬ 2-3 ਹਫ਼ਤਿਆਂ ਤੋਂ ਅਸੀਂ ਗੱਲ ਕਰ ਰਹੇ ਹਾਂ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਕੋਵਿਡ ਦੇ ਕੇਸਿਸ ਦੀ ਗਿਣਤੀ ਘਟ ਰਹੀ ਸੀ ਅਤੇ ਅਸੀਂ ਉਸ ਦੀ ਬਹੁਤ ਖੁਸ਼ੀ ਵੀ ਮਨਾ ਰਹੇ ਹਾਂ। ਬਟ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਸਾਨੂੰ ਇਸ ਖੁਸ਼ੀ ਦੇ ਨਾਲ ਨਾਲ ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕੀਏ। ਮੈਂ ਕਈ ਜਗ੍ਹਾ ਇਹ ਨੋਟਿਸ ਕੀਤਾ ਹੈ ਪਿਛਲੇ ਕੁਝ ਸਮੇਂ ਦੇ ਵਿੱਚ ਕਿ ਲੋਕਾਂ ਨੂੰ ਸਾਰਿਆਂ ਨੂੰ ਇਹ ਲੱਗਦਾ ਹੈ ਕਿ ਬਿਮਾਰੀ ਹੁਣ ਖਤਮ ਹੋ ਗਈ ਹੈ, ਜਦ ਕਿ ਇਸ ਤਰ੍ਹਾਂ ਦਾ ਬਿਲਕੁਲ ਕੁਝ ਵੀ ਨਹੀਂ ਹੈ। ਵਰਲਡ ਵਾਈਡ ਅਸੀਂ ਗੱਲ ਕੀਤੀ ਸੀ ਪਿਛਲੀ ਵਾਰ ਕਿ ਵਰਲਡ ਵਾਈਡ ਇੱਕ ਟ੍ਰੈਂਡ ਚੱਲ ਰਿਹਾ ਹੈ ਇੱਕ ਸੈਕਿੰਡ ਵੇਵ ਦਾ, ਅਤੇ ਹੁਣ ਉਹ ਟ੍ਰੈਂਡ ਇਹ ਦੇਖਣ ਵਿੱਚ ਆ ਰਿਹਾ ਹੈ ਕਿ ਇੰਡੀਆ ਵਿੱਚ ਵੀ ਆਉਣਾ ਸ਼ੁਰੂ ਹੋ ਗਿਆ ਹੈ। ਦਿੱਲੀ ਵਿੱਚ ਅਤੇ ਕਈ ਹੋਰ ਰਾਜਾਂ ਦੇ ਵਿੱਚ ਇਹ ਨੋਟਿਸ ਕੀਤਾ ਟ੍ਰੈਂਡ ਨੂੰ ਰੱਖਦੇ ਹੋਏ ਅੱਜ ਸਾਡੇ ਜ਼ਿਲ੍ਹੇ ਦੇ ਵਿੱਚ ਵੀ 19 ਕੇਸ ਪੋਜ਼ੀਟਿਵ ਨਿਕਲ ਕੇ ਆਏ ਹਨ। ਸੋ ਮੈਂ ਸਾਰਿਆਂ ਨੂੰ ਇਹ ਗੱਲ ਇਸ ਲਈ ਦੱਸਣਾ ਚਾਹ ਰਹੀ ਹਾਂ ਕਿ ਮੇਰਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਹੈ, ਬਟ ਤੁਹਾਨੂੰ ਸੁਚੇਤ ਕਰਨਾ ਹੈ। ਜੇ ਅਸੀਂ ਸਾਵਧਾਨੀ ਵਰਤਾਂਗੇ, ਸੁਚੇਤ ਰਹਾਂਗੇ, ਤਾਂ ਹੀ ਅਸੀਂ ਇਸ ਬਿਮਾਰੀ ਤੋਂ ਬਚ ਸਕਦੇ ਹਾਂ। ਜਿਸ ਤਰ੍ਹਾਂ ਇਹ ਸੈਕਿੰਡ ਵੇਵ ਦਾ ਟ੍ਰੈਂਡ ਚੱਲ ਰਿਹਾ ਹੈ, जो एक्सपर्ट एपिडेमियोलॉजिस्ट्स हैं, स्टैटिस्टिशियंस हैं, उन्होंने एक जो वर्ल्ड वाइड ट्रेंड दिता है कि जब दुनिया दे विच सैकेंड वेव आई, दुनिया के कई देशों के विच सैकेंड वेव आ चुकी है, उस वेव दे विच पहली वेव तो कई ज़्यादा मरीज़ निकले। सो जिन्ने मरीज़ कोविड की पहली वेव के समय कोविड की बीमारी नाल पीड़ित होए, उस तो कई ज़्यादा मरीज़ सैकेंड वेव दे विच सैकेंड पीक दे विच इस बीमारी नाल पीड़ित होए हैं। हुण सानू ये देखना है कि असी अपने देश दे विच अपने ज़िले दे विच खास तौर पे की इस तो बच सकते हैं या नहीं, तो इस तो बचण लई जब तक तुहाडे सारियां दी शमूलीयत नहीं होएगी, तुहाडे सारियां दा सपोर्ट नहीं होएगा, असी इस तो नहीं बच सकांगे। जब कोविड की पहली वेव शुरू हुई सी तो पूरे देश दे विच लॉकडाउन कर दिता गया सी। काफ़ी समय दे लई सारा आवाजाई बंद रही सी। उस दे कारण असी कई किस्म के नुकसान भी देखे सी, बिजनेसिस नू, इकनॉमिक एक्टिविटीज़ नू भी नुकसान होया सी। सो हुण इस समय सारी इकनॉमिक एक्टिविटीज़ चालू है, आवाजाई चालू है, बट साडी बेनती है कि असी अपने आप नू बीमारी तो बचाना है तो हुण सानू अपने आप अपने यतन करने पैणगे। ते बीमारी तो बचन लई जिहड़ा सब तो ज़रूरी तरीका है, एक तो है कि असी मास्क पा के रखिए, हमेशा किसी भी समय किसी नू मिलते हुए, किसी नाल कोई कार्यक्रम करते हुए मास्क ज़रूर पा के रखिए। सैकेंड, एक दूजे तो दूरी बना के रखिए। कोई भी एक्टिविटी लई जे बाहर जाते हैं, घर तो बाहर निकलते हैं, तो दूजिया तो दूरी ज़रूर बना के रखिए। ये इसलिए होर भी ज़रूरी हो जाती है ये गल, क्योंकि अजकल त्योहारों का सीज़न चल रहा है। अगले हफ्ते दिवाली का त्यौहार है, तो आम तौर पर इस समय लोगों का इकट्ठ, लोगों के विच खरीददारी, बाज़ार विच जाण का उत्साह, यह सारा कुछ बहुत ज़्यादा होंदा है। सो इस समय
ਜੇ ਅਸੀਂ ਇਹ ਸਾਵਧਾਨੀਆਂ ਵਰਤਾਂਗੇ ਉਸੇ ਨਾਲ ਹੀ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਤਿਉਹਾਰ ਵੀ ਮਨਾਓ, ਖੁਸ਼ੀਆਂ ਵੀ ਮਨਾਓ, ਬਟ ਇਹ ਸਾਰੀ ਤਿਉਹਾਰ ਤੇ ਖੁਸ਼ੀਆਂ ਮਨਾਉਂਦੇ ਹੋਏ ਅਸੀਂ ਸਾਵਧਾਨੀਆਂ ਨੂੰ ਨਾ ਭੁੱਲੀਏ, ਸਾਵਧਾਨੀਆਂ ਨੂੰ ਨਾ ਭੁੱਲੀਏ ਤਾਂ ਜੋ ਇਹ ਤਿਉਹਾਰ ਸਾਡੇ ਲਈ ਨੁਕਸਾਨਦਾਇਕ ਨਾ ਹੋ ਜਾਏ। ਇਹ ਤਾਂ ਹੋ ਗਈ ਸਾਵਧਾਨੀਆਂ ਦੀ ਗੱਲ। ਜਨਰਲ ਜੇ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਕੋਵਿਡ ਦੀ ਕੀ ਸਥਿਤੀ ਹੈ, ਅੱਜ ਦੀ ਡੇਟ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਕਰੀਬ 50 ਮਰੀਜ਼ ਹਨ ਜੋ ਐਕਟਿਵ ਹਨ, ਇਸ ਬਿਮਾਰੀ ਨਾਲ ਲੜ ਰਹੇ ਹਨ, ਅਤੇ 19 ਮਰੀਜ਼ ਅੱਜ ਦੇ ਦਿਨ ਹੀ ਸਾਡੇ ਕੋਲ ਨਵੇਂ ਪੋਜ਼ਿਟਿਵ ਆਏ ਹਨ। ਸੋ ਮਰੀਜ਼ਾਂ ਦੇ ਇਲਾਜ ਦੇ ਲਈ ਸਾਡੀ ਸਹੂਲਤਾਂ, ਸਾਡੀ ਤਿਆਰੀ ਪੂਰੀ ਤਰ੍ਹਾਂ ਹੈ। ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਦੇ ਵਿੱਚ ਡੈਡੀਕੇਟਿਡ ਕੋਵਿਡ ਵਾਰਡ ਬਣਾਇਆ ਗਿਆ ਹੈ, ਜਿਹਦੇ ਵਿੱਚ ਹੁਣ ਪੂਰੀ ਤਰ੍ਹਾਂ ICU ਇਕਵਿਪਮੈਂਟ, ਵੈਂਟੀਲੇਟਰਸ, ਡੀਫਿਬਰਿਲੇਟਰ ਅਤੇ ਹਰ ਕਿਸਮ ਦੀ ਮਸ਼ੀਨਰੀ ਉਪਲਬਧ ਹੈ। ਮਸ਼ੀਨਰੀ ਤੋਂ ਇਲਾਵਾ ਸਾਡੇ ਡਾਕਟਰ ਸਟਾਫ ਪੂਰੀ ਤਰ੍ਹਾਂ ਟ੍ਰੇਨਡ ਹਨ ਤਾਂ ਜੋ ਜੇ ਕੋਈ ਬਿਮਾਰੀ ਕੋਈ ਵੀ ਮਰੀਜ਼ ਆਂਦਾ ਹੈ ਸਾਡੇ ਕੋਲ, ਉਸ ਦਾ ਪੂਰਾ ਇਲਾਜ ਕੀਤਾ ਜਾ ਸਕਦਾ ਹੈ। ਉਸ ਤੋਂ ਇਲਾਵਾ ਪਿਛਲੇ ਕੁਝ ਸਮੇਂ ਤੋਂ ਜਦੋਂ ਤੋਂ ਸਿਵਲ ਹਸਪੀਟਲ ਸਾਡਾ ਕੋਵਿਡ ਹਸਪੀਟਲ ਬਣਿਆ ਹੋਇਆ ਸੀ, ਅਸੀਂ ਇਹ ਨੋਟਿਸ ਕੀਤਾ ਸੀ ਕਿ ਕੋਵਿਡ ਤੋਂ ਇਲਾਵਾ ਦੂਜੇ ਮਰੀਜ਼ਾਂ ਨੂੰ ਬਿਮਾਰੀ ਦੇ ਵਿੱਚ ਬਹੁਤ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹਨਾਂ ਨੂੰ ਜਾਂ ਪ੍ਰਾਈਵੇਟ ਹਸਪਤਾਲ ਜਾਣਾ ਪੈਂਦਾ ਹੈ ਜਾਂ ਦੂਰ ਜਾਣਾ ਪੈਂਦਾ ਹੈ। ਸੋ ਅਸੀਂ ਇਹ ਵੀ ਫੈਸਲਾ ਲਿੱਤਾ ਹੈ ਕਿ ਜ਼ਿਲ੍ਹਾ ਹਸਪਤਾਲ ਦੇ ਵਿੱਚ ਇੱਕ ਵਾਰਡ ਕੋਵਿਡ ਦੇ ਮਰੀਜ਼ਾਂ ਦੇ ਲਈ ਰੱਖਦੇ ਹੋਏ ਨਾਨ ਕੋਵਿਡ ਫੈਸਿਲਿਟੀਜ਼ ਵੀ ਉੱਥੇ ਚਾਲੂ ਕੀਤੀਆਂ ਜਾਣਗੀਆਂ ਤਾਂ ਜੋ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆ ਸਕੇ। ਇਸ ਤੋਂ ਇਲਾਵਾ ਅੱਜ ਕੱਲ੍ਹ ਇਸ ਸੀਜ਼ਨ ਦੇ ਵਿੱਚ ਆਮ ਤੌਰ 'ਤੇ ਮੱਛਰ ਬਹੁਤ ਜ਼ਿਆਦਾ ਹੋ ਜਾਂਦੇ ਹਨ ਅਤੇ ਡੇਂਗੂ, ਮਲੇਰੀਆ, ਚਿਕਨਗੁਨੀਆ ਇਸ ਤਰ੍ਹਾਂ ਦੀ ਬਿਮਾਰੀਆਂ ਵੱਧ ਜਾਂਦੀਆਂ। ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਸਾਨੂੰ ਕੋਵਿਡ ਦੇ ਨਾਲ ਨਾਲ ਇਹ ਬਿਮਾਰੀਆਂ ਤੋਂ ਵੀ ਆਪਣੇ ਆਪ ਨੂੰ ਬਚਾਉਣਾ ਹੈ ਅਤੇ ਇਹ ਬਿਮਾਰੀਆਂ ਤੋਂ ਬਚਾਉਣ ਲਈ ਸਾਨੂੰ ਇਹ ਕੋਸ਼ਿਸ਼ ਕਰਨੀ ਹੈ ਕਿ ਆਪਣੇ ਘਰਾਂ ਦੇ ਆਲੇ ਦੁਆਲੇ ਕਿਤੇ ਵੀ ਪਾਣੀ ਨੂੰ ਨਾ ਇਕੱਠਾ ਹੋਣ ਦੇਈਏ। ਜੇ ਕਿਤੇ ਪਾਣੀ ਇਕੱਠਾ ਹੈ ਉਸਨੂੰ ਸਾਫ਼ ਸਫਾਈ ਕਰਦੇ ਰਹੀਏ। ਕੂਲਰ ਦਾ ਵੈਸੇ ਤਾਂ ਹੁਣ ਸੀਜ਼ਨ ਨਹੀਂ ਹੈ, ਬਟ ਜੇ ਕਿਤੇ ਚੱਲਦੇ ਹੈ ਤਾਂ ਉਹਦੇ ਵਿੱਚ ਜਾਂ ਜੇ ਕਿਤੇ ਖੜਾ ਪਾਣੀ ਹੈ ਤਾਂ ਉਸ ਪਾਣੀ ਨੂੰ ਸਮੇਂ-ਸਮੇਂ 'ਤੇ ਬਦਲਦੇ ਰਹੀਏ, ਕਿਉਂਕਿ ਜੇ ਇੱਕ ਬਿਮਾਰੀ ਦੇ ਨਾਲ ਦੂਜੀ ਬਿਮਾਰੀ ਵੀ ਫੈਲ ਜਾਂਦੀ ਹੈ ਤਾਂ ਨਾਰਮਲੀ 2 ਜਾਂ 3 ਬਿਮਾਰੀਆਂ ਜੇ ਇਕੱਠੇ ਇੱਕ ਮਰੀਜ਼ ਵਿੱਚ ਹੋ ਜਾਣ ਤਾਂ ਉਹਨਾਂ ਦਾ ਪ੍ਰਭਾਵ ਬਹੁਤ ਹੀ ਜ਼ਿਆਦਾ ਹੁੰਦਾ ਹੈ। ਸੋ ਸਾਨੂੰ ਆਪਣੇ ਆਪ ਨੂੰ ਇਸ ਬਿਮਾਰੀਆਂ ਤੋਂ ਵੀ ਬਚਾਉਣਾ ਹੈ। ਹਾਲੇ ਤੱਕ ਸਾਡੇ ਜ਼ਿਲ੍ਹੇ ਦੇ ਵਿੱਚ ਇਸ ਬਿਮਾਰੀਆਂ 'ਤੇ ਕੰਟਰੋਲ ਹੈ ਅਤੇ ਬਹੁਤ ਜ਼ਿਆਦਾ ਕੇਸਿਸ ਸਾਡੇ ਸਾਹਮਣੇ ਨਹੀਂ ਆਏ ਹਨ। ਸਾਡੇ ਵੱਲੋਂ ਵੀ, ਮਹਿਕਮੇ ਵੱਲੋਂ ਵੀ ਸਮੇਂ-ਸਮੇਂ 'ਤੇ ਚੈਕਿੰਗਸ ਕੀਤੀ ਜਾ ਰਹੀਆਂ ਹਨ ਅਤੇ ਜੇ ਕਿਤੇ ਡੇਂਗੂ ਦਾ ਜਾਂ ਮਲੇਰੀਆ ਦਾ ਲਾਰਵਾ ਮਿਲਦਾ ਹੈ ਉਹਨਾਂ ਦੇ ਖਿਲਾਫ ਉੱਥੇ ਇਲਾਜ ਕਰਕੇ ਦਵਾਈ ਵੀ ਛਿੜਕੀ ਜਾ ਰਹੀ ਹੈ। ਪਰ ਕੋਈ ਵੀ ਤਰੀਕਾ, ਕੋਈ ਵੀ ਇਲਾਜ ਜਾਂ ਕੋਈ ਵੀ ਪ੍ਰੀਵੈਂਸ਼ਨ ਸਾਰਿਆਂ ਦੀ ਸਹੂਲੀਅਤ ਤੋਂ ਬਿਨਾਂ, ਸਾਰਿਆਂ ਦੀ ਸ਼ਮੂਲੀਅਤ ਤੋਂ ਬਿਨਾਂ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਮੇਰੇ ਕੋਲ ਕੁਝ ਸਵਾਲ ਆਏ ਸੀਗੇ, ਲੋਕਾਂ ਨੂੰ ਲੋਕਡਾਊਨ ਦੇ ਰਿਲੇਟਿਡ ਕੁਝ ਹਦਾਇਤਾਂ ਬਾਰੇ ਜਾਣਕਾਰੀ ਲੈਣੀ ਸੀ। ਸਰਕਾਰ ਨੇ ਹੁਣ ਜੋ ਲੇਟੈਸਟ ਹਦਾਇਤਾਂ ਕੀਤੀ ਹੈ, ਮੈਰਿਜ ਵਿੱਚ ਜਾਂ ਕਿਸੇ ਵਿਆਹ ਦੇ ਮੌਕੇ 'ਤੇ ਜਿਹੜੀ ਕੋਈ ਬੰਦ ਜਗ੍ਹਾ ਹੈ ਉੱਥੇ 200 ਲੋਕਾਂ ਤੋਂ ਜ਼ਿਆਦਾ ਦੀ ਇਕੱਠ ਨਹੀਂ ਹੋ ਸਕਦਾ। ਖੁੱਲ੍ਹੀ ਜਗ੍ਹਾ ਦੇ ਵਿੱਚ ਗਰਾਊਂਡ ਦੀ ਕਿੰਨੀ ਸਮਰੱਥਾ ਹੈ, ਜਗ੍ਹਾ ਦੇ ਵਿੱਚ ਕਿੰਨੇ ਲੋਕੀ ਆ ਸਕਦੇ ਹਨ, ਉਸ ਦੇ ਅਨੁਸਾਰ ਹੀ ਇਕੱਠ ਕੀਤਾ ਜਾ ਸਕਦਾ ਹੈ। ਪਰ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਜ਼ਿਆਦਾ ਇਕੱਠ ਕਰਨ ਤੋਂ ਬਚੀਏ, ਕਿਉਂਕਿ ਬਿਮਾਰੀ ਹਲੇ ਖਤਮ ਨਹੀਂ ਹੋਈ ਹੈ, ਬਿਮਾਰੀ ਹਲੇ ਚੱਲ ਰਹੀ ਹੈ। ਅਸੀਂ ਜੇ ਜ਼ਿਆਦਾ ਇਕੱਠ ਕਰਦੇ ਹਾਂ ਅਤੇ ਜੇ ਬਾਈ ਚਾਂਸ ਇੱਕ ਵਿਅਕਤੀ ਵੀ ਉਸ ਇਕੱਠ ਵਿੱਚੋਂ ਪੋਜ਼ੀਟਿਵ ਨਿਕਲਿਆ ਤਾਂ ਅਸੀਂ ਆਪਣੀ ਖੁਸ਼ੀਆਂ ਦੇ ਸਮੇਂ ਸਾਰੇ ਲੋਕਾਂ ਨੂੰ ਰਿਸਕ 'ਤੇ ਲਿਆਉਂਦੇ ਹਾਂ ਕਿ ਅਸੀਂ ਬਿਮਾਰੀ ਸਾਰਿਆਂ ਨੂੰ ਹੋ ਜਾਏਗੀ। ਜਿੱਥੇ ਤੱਕ ਪੜ੍ਹਾਈ ਦਾ ਸਵਾਲ ਹੈ, 9ਵੀਂ ਤੋਂ 12ਵੀਂ ਤੱਕ ਦੀ ਕਲਾਸਿਸ ਦੇ ਬੱਚਿਆਂ ਲਈ ਫਿਜ਼ੀਕਲ ਕਲਾਸਿਸ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕਾਲਜਿਸ ਵਿੱਚ ਜਿਹੜੇ PhD ਸਟੂਡੈਂਟਸ ਹੈ ਜਾਂ ਜਿਹੜੇ ਟੈਕਨੀਕਲ ਸਬਜੈਕਟਸ ਦੇ ਸਟੂਡੈਂਟਸ ਹੈ ਜਿਨ੍ਹਾਂ ਨੇ ਪ੍ਰੈਕਟੀਕਲ ਕਲਾਸਿਸ ਜਾਂ ਲੈਬਸ ਲਗਾਉਣੀ ਹੁੰਦੀਆਂ ਹਨ, ਉਹਨਾਂ ਦੇ ਲਈ ਫਿਜ਼ੀਕਲ ਕਲਾਸਿਸ ਦੀ ਪਰਮਿਸ਼ਨ ਦੇ ਦਿੱਤੀ ਹੈ। ਬਾਕੀ ਕਲਾਸਿਸ ਵਿੱਚ ਹਲੇ ਵੀ ਆਨਲਾਈਨ ਪੜ੍ਹਾਈ ਹੀ ਜਾਰੀ ਰਹੇਗੀ।
ਸੋ ਦੁਬਾਰਾ ਮੈਂ ਸਾਰਿਆਂ ਨੂੰ ਆਹੀ ਦੱਸਣਾ ਚਾਹ ਰਹੀ ਹਾਂ ਕਿ ਇਹ ਸਾਰੀ ਸਾਵਧਾਨੀਆਂ ਕਿਉਂ ਜ਼ਰੂਰੀ ਹੈ। ਇਹ ਸਾਰੀ ਸਾਡੀ ਸੇਫਟੀ ਲਈ ਹੀ ਜ਼ਰੂਰੀ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਪ੍ਰੀਵੈਂਸ਼ਨ ਜੋ ਕਹਿੰਦੇ ਹੈ ਇਹ 3 ਤਰ੍ਹਾਂ ਦੀ ਹੁੰਦੀ ਹੈ। ਪ੍ਰਾਇਮਰੀ ਪ੍ਰੀਵੈਂਸ਼ਨ, ਸੈਕੰਡਰੀ ਪ੍ਰੀਵੈਂਸ਼ਨ, ਟਰਜਰੀ ਪ੍ਰੀਵੈਂਸ਼ਨ। ਟਰਜਰੀ ਪ੍ਰੀਵੈਂਸ਼ਨ ਹੁੰਦੀ ਹੈ ਕਿ ਕਿਸੇ ਨੂੰ ਬਿਮਾਰੀ ਹੋ ਗਈ, ਉਸ ਤੋਂ ਬਾਅਦ ਉਸ ਦਾ ਇਲਾਜ ਕੀਤਾ ਜਾਏ। ਉਹਦੀ ਤਿਆਰੀ ਤਾਂ ਅਸੀਂ ਕਰ ਲਿੱਤੀ ਹੈ, ਸਾਡਾ ਹਸਪੀਟਲ ਪੂਰੀ ਤਰ੍ਹਾਂ ਇਕੁਇਪਡ ਹੈ। ਜੇ ਕੋਈ ਬਿਮਾਰ ਸਾਡੇ ਕੋਲ ਆਏਗਾ ਉਹਦਾ ਹਰ ਤਰ੍ਹਾਂ ਇਲਾਜ ਕੀਤਾ ਜਾਏਗਾ। ਪਰ ਜਿਹੜੀ ਪ੍ਰਾਇਮਰੀ ਪ੍ਰੀਵੈਂਸ਼ਨ ਤੇ ਸੈਕੰਡਰੀ ਪ੍ਰੀਵੈਂਸ਼ਨ ਹੈ, ਪ੍ਰਾਇਮਰੀ ਪ੍ਰੀਵੈਂਸ਼ਨ ਹੁੰਦੀ ਹੈ ਕਿ ਬਿਮਾਰੀ ਨੂੰ ਹੋਣ ਤੋਂ ਹੀ ਰੋਕਿਆ ਜਾਏ, ਮਾਸਕ ਪਾ ਕੇ ਰੱਖਿਆ ਜਾਏ, ਸਮੇਂ-ਸਮੇਂ ਤੇ ਹੱਥ ਧੋਏ ਜਾਣ, ਦੂਰੀ ਬਣਾ ਕੇ ਰੱਖੀ ਜਾਏ ਤਾਂ ਜੋ ਅਸੀਂ ਆਪਣੇ ਆਪ ਨੂੰ ਬਿਮਾਰ ਹੋਣ ਹੀ ਨਾ ਦਈਏ। ਤੇ ਸੈਕੰਡਰੀ ਪ੍ਰੀਵੈਂਸ਼ਨ ਹੁੰਦੀ ਹੈ ਕਿ ਜੇ ਬਾਈ ਚਾਂਸ ਬਿਮਾਰੀ ਹੋ ਜਾਂਦੀ ਹੈ ਤਾਂ ਉਸ ਦੀ ਜਲਦ ਤੋਂ ਜਲਦ ਜਾਂਚ ਕਰਾ ਕੇ ਉਸ ਦਾ ਪਤਾ ਲਗਾਇਆ ਜਾਏ ਤਾਂ ਜੋ ਉਸ ਨੂੰ ਜਲਦੀ ਇਲਾਜ ਸ਼ੁਰੂ ਕੀਤਾ ਜਾ ਸਕੇ, ਜਿਸ ਦੇ ਲਈ ਸਾਡੀ ਟੀਮਸ ਹਮੇਸ਼ਾ ਸੈਂਪਲਿੰਗ ਕਰ ਰਹੀ ਹਨ ਤੇ ਲਗਾਤਾਰ ਕਰਦੀਆਂ ਰਹਿਣਗੀਆਂ। ਇਹ ਪ੍ਰਾਇਮਰੀ ਪ੍ਰੀਵੈਂਸ਼ਨ ਤੇ ਸੈਕੰਡਰੀ ਪ੍ਰੀਵੈਂਸ਼ਨ ਕੇਵਲ ਤੇ ਕੇਵਲ ਤੁਹਾਡੇ ਹੱਥਾਂ ਵਿੱਚ ਹੈ। ਤੁਹਾਡੇ ਸਾਰਿਆਂ ਦੇ ਸਹਿਯੋਗ ਤੋਂ ਬਿਨਾਂ ਇਹ ਨਹੀਂ ਹੋ ਸਕਦੀ। ਸੋ ਮੈਂ ਜ਼ਿਲ੍ਹਾ ਨਵਾਂ ਸ਼ਹਿਰ ਦੇ ਸਾਰੇ ਲੋਕਾਂ ਨੂੰ ਬੇਨਤੀ ਕਰਦੀ ਹਾਂ ਕਿ ਆਓ ਅਸੀਂ ਸਾਰੀ ਸਾਵਧਾਨੀਆਂ ਵਰਤੀਏ। ਹਲੇ ਬਿਮਾਰੀ ਘਟੀ ਜ਼ਰੂਰ ਹੈ ਸਾਡੇ ਜ਼ਿਲ੍ਹੇ ਦੇ ਵਿੱਚ, ਬਟ ਖਤਮ ਨਹੀਂ ਹੋਈ ਹੈ ਤੇ ਇੱਕ ਡਰ ਜ਼ਰੂਰ ਹੈ ਕਿ ਇਹ ਬਿਮਾਰੀ ਦੁਬਾਰਾ ਵੱਧ ਸਕਦੀ ਹੈ। ਸੋ ਅਸੀਂ ਇਹ ਪ੍ਰੀਕਾਸ਼ਨਸ ਵਰਤੀਏ, ਸਾਵਧਾਨੀਆਂ ਵਰਤੀਏ ਤੇ ਬਿਮਾਰੀ ਨੂੰ ਬਚਣ ਤੋਂ ਰੋਕੀਏ। ਥੈਂਕ ਯੂ। ਇਹ ਸਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸੰਬੰਧਿਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਕੱਲ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ। ਧੰਨਵਾਦ।